ਅੱਜ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬੰਦੇ ਦਾ ਘੱਟ ਤੁਰਨਾ ਜਾਂ ਨਾ ਤੁਰਨਾ, ਤੇ ਜੇ ਤੁਰਦੇ ਵੀ ਤਾਂ ਗਲਤ ਢੰਗ ਨਾਲ ਤੁਰਨਾ। ਕਿਵੇਂ ਮਰਜੀ ਤੁਰ, ਪੈਰਾਂ ਦੇ ਉੱਤੇ ਸਾਰੇ ਸਰੀਰ ਨੂੰ ਭਾਰ ਦੇ ਕੇ ਤੁਰਨਾ ਹੀ ਤੁਰਨਾ। ਤੇ ਜੇ ਨੰਗੇ ਪੈਰੀ ਨਹੀਂ ਤੁਰ ਸਕਦੇ ਤਾਂ ਫਿਰ ਕੋਈ ਸਖਤ ਜੁੱਤੀ ਤੇ ਜਾਂ ਬੂਟ, ਸਖਤ ਜੁੱਤੀ। ਸਖਤ ਹਾਰਡ ਜੁੱਤੀ ਜਿਹੜੀ ਪੁਰਾਣੇ ਜ਼ਮਾਨੇ 'ਚ ਪਾਉਂਦੇ ਹੁੰਦੇ ਸੀ। ਅੱਜ ਕੱਲ ਇਹ ਹੈ ਨਾ ਵੀ ਲੋਕ ਕਹਿੰਦੇ ਵੀ ਸੌਫਟ ਬੂਟ ਹੋਣ ਬਹੁਤ ਜ਼ਿਆਦਾ। ਜਿਸ ਕਿਸੇ ਨੂੰ ਹੱਡੀਆਂ ਦੀ ਬਿਮਾਰੀ ਹੈ, ਜੋੜ ਰੁਕ ਗਏ, ਜੰਮ ਗਏ, ਚਾਹੇ ਕਿਸੇ ਵੀ ਬਿਮਾਰੀ ਕਰਕੇ ਜੁੜ ਗਏ, ਉਸ ਨੂੰ ਜਿਹੜੀ ਆ ਪਹਿਲੀ ਉਂਗਲ ਹੈ ਇਹਨੂੰ ਗੂਠੇ ਦੀ ਜੜ 'ਚ ਦੇ ਲਓ। ਦੂਜੇ ਹੱਥ ਦੀ ਆਹ ਉਂਗਲ ਆਹ ਜੜ 'ਚ ਦੇ ਲਓ। ਹੱਥ ਆਏ ਆ, ਬਸ ਸੱਜਾ ਪੈਰ ਪਹਿਲਾਂ ਚੱਕ ਕੇ ਆਏ ਤੁਰੇ ਚਲੋ ਗੇੜਾ ਕਲੌਕਵਾਈਜ਼। ਜਿਸ ਕਿਸੇ ਨੂੰ ਕਿਸੇ ਵੀ ਹੱਡੀਆਂ ਦੀ ਬਿਮਾਰੀ ਹੈ, ਚਾਹੇ ਉਹ ਡਾਕਟਰ ਤੋਂ ਪੁੱਛੇਗੀ ਚਾਹੇ ਨਹੀਂ ਪੁੱਛੇਗੀ, ਨੰਗੀ ਪੈਰੀ ਜੇ ਆਪਾਂ ਸੋਚ ਗਏ ਆਪਣੇ 1 ਇੰਚ ਪੈਰ ਦੀ ਚਮੜੀ ਦੇ ਵਿੱਚ 19 ਲੱਖ ਤੋਂ ਵੱਧ ਨਿੱਕੀਆਂ ਨਿੱਕੀਆਂ ਗਲੀਆਂ ਹੁੰਦੀਆਂ, ਪੋਰ। ਜਦੋਂ ਆਪਾਂ ਮਿੱਟੀ ਦੇ ਤੁਰਾਂਗੇ ਤਾਂ ਇਹ ਮਿੱਟੀ ਉਹਨਾਂ ਰੋਮਾਂ ਦੇ ਵਿੱਚ ਜਾਊ, ਤੇ ਜਿੰਨੇ ਵੀ ਤੱਤ ਮਿੱਟੀ 'ਚ ਹੁੰਦੇ ਆ ਉਹ ਆਪਣੇ ਰੋਮਾਂ ਦੇ ਵਿੱਚ ਜਾਂਦੇ ਆ ਤੇ ਲਹੂ 'ਚ ਪਹੁੰਚਦੇ ਆ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਨਵਰੀਤ ਸਿਵੀਆ ਤੇ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ। ਫਿਰ ਭਦੌੜ ਆਏ ਆ ਗੱਲ ਤੁਹਾਡੀ ਸਿਹਤ ਦੀ ਕਾਰਨ। ਸਿਆਣੇ ਕਹਿੰਦੇ ਆ ਵੀ ਤੁਰਨਾ ਚਾਹੀਦਾ, ਪਰ ਅੱਜ ਕੱਲ ਨਵਾਂ ਡਾਇਲੌਗ ਆ ਵੀ ਤੁਰਨਾ ਚਾਹੀਦਾ, ਭੱਜਣਾ ਚਾਹੀਦਾ, ਜੇ ਡਿੱਗ ਵੀ ਪਵੋ ਭਾਵੇਂ ਰੁੜਨਾ ਪੈ ਜੇ, ਪਰ ਖੜਨਾ ਨਹੀਂ ਚਾਹੀਦਾ। ਜ਼ਿੰਦਗੀ 'ਚ ਬੰਦਾ ਖੜਿਆ ਬਹੁਤ ਮਾੜਾ ਹੈ। ਸੰਘਰਸ਼ ਕਰਦੇ ਰਹਿਣਾ ਚਾਹੀਦਾ, ਲੱਗੇ ਰਹਿਣਾ ਚਾਹੀਦਾ। ਪਰ ਅੱਜ ਗੱਲ ਸੈਰ ਦੀ ਕਰਾਂਗੇ। ਸੈਰ ਦਾ ਮਹੱਤਵ ਸਾਰੇ ਕਹਿੰਦੇ ਆ, ਪਰ ਡਾਕਟਰ ਕੀ ਸੋਚਦੇ ਆ ਇਸ ਸੈਰ ਬਾਰੇ? ਅਸੀਂ ਪਹੁੰਚੇ ਹਾਂ ਪੰਜਾਬ ਨੇਚਰੋਪੈਥੀ ਸੈਂਟਰ ਭਦੌੜ ਤੇ ਸਾਡੇ ਨਾਲ ਨੇ ਡਾਕਟਰ ਗੁਰਮੇਲ ਸਿੰਘ ਵਿਰਕ। ਵਿਰਕ ਸਾਹਿਬ, ਬਹੁਤ ਬਹੁਤ ਸਵਾਗਤ ਆ ਸਾਨੂੰ ਸਮਾਂ ਦੇਣ ਦੇ ਲਈ। ਤੇ ਦੱਸੋ ਫਿਰ ਜਿਹੜੀ ਸੈਰ ਹੈ, ਚਾਹੇ ਆਥਣੇ ਵਾਲੀ ਆ ਚਾਹੇ ਤੜਕੇ ਵਾਲੀ ਆ, ਕੀ ਫਾਇਦਾ ਕੀ ਨੁਕਸਾਨ ਹੈ? ਦੇਖੋ, ਰੱਬ ਨੇ 2 ਲੱਤਾਂ ਲਾਈਆਂ ਆਪਾਂ ਨੂੰ, ਇਹ ਲਾਈਆਂ ਇਸੇ ਵਾਸਤੇ ਕਿ ਬੰਦਾ ਤੁਰੇ। ਜੇ ਇਹਦੇ ਫਾਇਦੇ ਨਾ ਹੁੰਦੇ ਤਾਂ ਰੱਬ ਨੂੰ ਲੱਤਾਂ ਲਾਉਣ ਦੀ ਲੋੜ ਨਹੀਂ ਸੀ। ਅੱਜ ਦੇ ਯੁੱਗ ਦੇ ਵਿੱਚ ਲੱਤਾਂ ਤੋਂ ਪੈਰਾਂ ਤੋਂ ਆਪਾਂ ਬਹੁਤ ਕੰਮ ਘੱਟ ਲੈਂਦੇ ਹਾਂ, ਕਿਉਂਕਿ ਤੁਰਦੇ ਨਹੀਂ ਹਾਂ। ਜੇ ਤੁਰਦੇ ਹਾਂ ਗਲਤ ਢੰਗ ਨਾਲ ਤੁਰਦੇ ਹਾਂ, ਜਾਂ ਇੱਕ ਅੱਧਾ ਮਿੰਟ ਤੁਰਦੇ ਹਾਂ, ਜਾਂ ਸਾਰਾ ਦਿਨ ਚਿਤਲਾਂ ਤੇ ਕੁਰਸੀ ਤੇ ਬੈਠੇ ਰਹੇ ਦਫ਼ਤਰ ਤੇ, ਜਾਂ ਮੰਜੇ ਤੇ ਪੈ ਗਏ। ਸਹੀ ਗੱਲ ਆ। ਤੇ ਜਾਂ ਘਰੇ ਬੈਠੇ ਕੁਰਸੀਆਂ ਦੇ ਉੱਤੇ। ਤੇ ਤੁਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬੰਦੇ ਦਾ ਘੱਟ ਤੁਰਨਾ ਜਾਂ ਨਾ ਤੁਰਨਾ, ਤੇ ਜੇ ਤੁਰਦੇ ਵੀ ਤਾਂ ਗਲਤ ਢੰਗ ਨਾਲ ਤੁਰਨਾ। ਇਸ ਕਰਕੇ ਤੁਰਨਾ ਸਾਰੇ ਬੰਦਿਆਂ ਵਾਸਤੇ ਬਹੁਤ ਜ਼ਰੂਰੀ ਹੁੰਦਾ। ਤੇ ਤੁਰਨ ਦੇ ਅਨੇਕਾਂ ਢੰਗ ਹੈ। ਪਹਿਲਾ ਢੰਗ ਤਾਂ ਇਹ ਹੁੰਦਾ ਹੈ ਕਿ ਜਿਹੜੀਆਂ ਰੱਬ ਨੇ 206 ਹੱਡੀਆਂ ਲਾਈਆਂ ਆਪਣੇ ਸਰੀਰ 'ਚ, ਉਹ ਸਾਰੀ ਦੀਆਂ ਸਾਰੀਆਂ ਹਰਕਤ 'ਚ ਆ ਜਾਂਦੀਆਂ ਜਦੋਂ ਬੰਦਾ ਤੁਰਦਾ ਹੈ। ਪਹਿਲਾ ਫਾਇਦਾ ਤਾਂ ਤੁਰਨ ਦਾ ਇਹ ਹੁੰਦਾ ਹੈ। ਦੂਸਰਾ, ਬੰਦਾ ਕਿਸੇ ਵੀ ਢੰਗ ਨਾਲ ਤੁਰੇ, ਚਾਹੇ ਡਾਕਟਰ ਦੇ ਦੱਸੇ ਮੁਤਾਬਕ ਤੁਰੇ ਤੇ ਚਾਹੇ ਤੁਰੇ, ਲੇਕਿਨ ਤੁਰੇ ਰੋਜ਼, ਨਾਗਾ ਨਾ ਪਾਵੇ, ਨਾਗਾ ਨਾ ਪਾਵੇ। ਔਰ ਖ਼ਾਸ ਤੌਰ 'ਤੇ ਨੰਗੇ ਪੈਰੀਂ ਤੁਰੇ। ਨੰਗੇ ਪੈਰੀਂ ਜਦੋਂ ਬੰਦਾ ਤੁਰਦਾ ਮਿੱਟੀ 'ਤੇ, ਤਾਂ ਜਿਹੜਾ ਆਪਣੇ ਸਰੀਰ ਦੇ ਵਿੱਚ ਚੁੰਬਕੀ ਕਰੰਟ ਹੁੰਦਾ, ਮੈਗਨੈਟਿਕ ਕਰੰਟ ਹੁੰਦਾ, ਜਿਹਨੂੰ ਬਿਮਾਰੀਆਂ ਨੂੰ ਲੱਭਣ ਵਾਸਤੇ ਅਸੀਂ MRI ਟੈਸਟ ਕਰਾਉਣਾ 7-7 ਹਜ਼ਾਰ ਦਾ, ਉਹ ਇਸੇ ਵਾਸਤੇ ਕਰਾਉਣਾ ਕਿ ਸਾਡੇ ਸਰੀਰ ਦੇ ਕਿਸੇ ਹਿੱਸੇ ਚੁੰਬਕੀ ਕਰੰਟ ਤਾਂ ਨਹੀਂ। ਜਿਹੜਾ ਬੰਦਾ ਨੰਗੇ ਪੈਰੀਂ ਤੁਰਦਾ ਹੈ ਤਾਂ ਸਾਰੇ ਮਰਦੇ ਦਮ ਤੱਕ ਉਹਦੇ ਸਰੀਰ 'ਚ ਇੱਕ ਕਰੰਟ ਕਾਇਮ ਰਹਿੰਦਾ ਹੈ, ਚੁੰਬਕੀ ਕਰੰਟ। ਤੇ ਜਿਹਦਾ ਚੁੰਬਕੀ ਕਰੰਟ ਠੀਕ ਹੈ, ਤੇ ਜਿਹੜਾ ਆਪਣੇ ਦਿਲ ਦੇ ਵਿੱਚ ਕਰੰਟ ਹੁੰਦਾ ਹੈ, ਜਿਹਨੂੰ ਆਪਾਂ ਕਹਿੰਦੇ ਵੀ ਇਲੈਕਟ੍ਰੋਪੈਥੀ ਕਰਾਓ, ਜਾਂ ਆਪਾਂ ECG ਨਹੀਂ ਕਰਾਉਂਦੇ ਹੁੰਦੇ, ਉਹ ਕਰੰਟ ਸਾਰੇ ਬੰਦਿਆਂ ਦਾ ਸਾਰੀ ਉਮਰ ਠੀਕ ਰਹਿੰਦਾ ਜਿਹੜਾ ਤੁਰਦਾ ਹੈ। ਹਾਰਟ ਦੀ ਬਿਮਾਰੀ, ਬਲੱਡ ਪ੍ਰੈਸ਼ਰ ਦੀ ਬਿਮਾਰੀ ਬਿਲਕੁਲ ਨਹੀਂ ਲੱਗਦੀ ਜਿਹੜਾ ਬੰਦਾ ਤੁਰਦਾ, ਚਾਹੇ ਉਹ ਕਿਸੇ ਢੰਗ ਨਾਲ ਵੀ ਤੁਰਦਾ ਹੈ। ਸਮਝ ਆਈ ਗੱਲ?
ਤੁਰਨ ਦੇ ਅਨੇਕਾਂ ਢੰਗ ਨੇ, ਘੱਟੋ ਘੱਟ 365 ਢੰਗ ਤੁਰਨ ਦੇ ਆ। ਤੇ ਪਹਿਲਾਂ ਤਾਂ ਅਸੀਂ ਇਹੀ ਕਹਿੰਦੇ ਹਾਂ ਵੀ ਯਾਰ ਤੂੰ ਹਰ ਰੋਜ਼ 30 ਤੋਂ 40 ਮਿੰਟ ਤੁਰ, ਕਿਵੇਂ ਮਰਜ਼ੀ ਤੁਰ। ਪੈਰਾਂ ਦੇ ਉੱਤੇ ਸਾਰੇ ਸਰੀਰ ਨੂੰ ਭਾਰ ਦੇ ਕੇ ਤੁਰਨਾ ਹੀ ਤੁਰਨਾ। ਜਿਤਨਾ ਤੋਂ ਕੰਮ ਘੱਟ ਲੈ, ਦਿਮਾਗ ਤੋਂ ਤਾਂ ਕੰਮ ਲੈਣਾ ਹੀ ਲੈਣਾ ਆਪਾਂ। ਤਾਂ ਪਹਿਲਾ ਤਾਂ ਕੰਮ ਇਹ ਹੁੰਦਾ ਵੀ ਹਰ ਰੋਜ਼ ਤੁਰੋ। ਦੂਸਰਾ ਹੁੰਦਾ ਹੈ ਵੀ ਜੇ ਮਿੱਟੀ ਦੇ ਤੁਰੋ ਨੰਗੇ ਪੈਰੀਂ ਤਾਂ ਉਹਦਾ ਫਾਇਦਾ ਸਭ ਤੋਂ ਜ਼ਿਆਦਾ ਹੁੰਦਾ ਹੈ। ਅਤੇ ਜੇ ਨੰਗੇ ਪੈਰੀਂ ਨਹੀਂ ਤੁਰ ਸਕਦੇ ਤਾਂ ਫਿਰ ਕੋਈ ਸਖਤ ਜੁੱਤੀ ਅਤੇ ਜਾਂ ਬੂਟ, ਸਖਤ ਜੁੱਤੀ, ਸਖਤ ਹਾਰਡ ਜੁੱਤੀ ਜਿਹੜੀ ਪੁਰਾਣੇ ਜ਼ਮਾਨੇ 'ਚ ਪਾਉਂਦੇ ਹੁੰਦੇ ਸੀ। ਅੱਜ ਕੱਲ੍ਹ ਇਹ ਹੈ ਨਾ ਵੀ ਲੋਕ ਕਹਿੰਦੇ ਵੀ ਸੌਫਟ ਬੂਟ ਹੋਣ ਬਹੁਤ ਜ਼ਿਆਦਾ। ਇਸੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ। ਜੇ ਸੌਫਟ ਦੀ ਗੱਲ ਕਰੋ ਤਾਂ ਸੌਫਟ ਅੱਜ ਕੱਲ੍ਹ ਪਲਾਸਟਿਕ ਦੇ, ਮੋਮਾਂ ਦੇ ਅਤੇ ਹੋਰ ਅਨੇਕਾਂ ਚੀਜ਼ਾਂ ਤੋਂ ਬਣੀਆਂ ਹੋਈਆਂ ਚੱਪਲਾਂ ਮਿਲਣਗੀਆਂ ਤੁਹਾਨੂੰ, ਔਰ ਉਹਦੇ ਨਾਲ ਅਨੇਕਾਂ ਕਿਸਮਾਂ ਦੀਆਂ ਬਿਮਾਰੀਆਂ ਲੱਗਦੀਆਂ। ਸਾਡਾ ਸਰੀਰ ਅਤੇ ਸਾਡੇ ਸਰੀਰ ਦੀਆਂ ਉਂਗਲਾਂ ਬਣਤਰ ਬਣੀ ਵੀ ਨਹੀਂ ਹੈ ਉਸ ਤਰ੍ਹਾਂ ਦੇ ਬੂਟਾਂ ਦੀ ਜਾਂ ਚੱਪਲਾਂ ਦੀ, ਜਿਸ ਕਰਕੇ ਇੱਕ ਬੰਦਾ ਨੰਗੇ ਪੈਰੀਂ ਤੁਰਦਾ ਜਾਂ ਸਖਤ ਜੁੱਤੀ ਪਾਉਂਦਾ, ਦੂਜੇ ਪਾਸੇ ਆਪਾਂ ਜਿਹੜੀਆਂ ਚੱਪਲਾਂ ਥਾਂ ਥਾਂ ਪਾ ਕੇ ਰੱਖਦੇ ਹਾਂ ਘਰ ਦੇ ਵਿੱਚ ਇਹ ਪਾਉਂਦਾ। ਦੋਨਾਂ ਦੀ ਬਿਮਾਰੀਆਂ ਦੀ ਘਰੇ ਜਾ ਕੇ ਪੁੱਛ ਲਿਓ ਬਿਮਾਰੀਆਂ ਕਿਹਨੂੰ ਜ਼ਿਆਦਾ ਲੱਗੀਆਂ ਹੋਈਆਂ। ਤਾਂ ਪਹਿਲੀ ਸਿੱਖਿਆ ਤਾਂ ਇਹ ਹੁੰਦੀ ਹੈ ਕਿ ਹਰ ਬੰਦੇ ਨੂੰ ਤੁਰਨਾ ਚਾਹੀਦਾ। ਤੁਰਨ ਵੇਲੇ ਕੋਸ਼ਿਸ਼ ਕਰੋ ਕਿ ਮੂੰਹ ਬੰਦ ਰੱਖੋ, ਮੂੰਹ ਨਹੀਂ ਖੁੱਲ੍ਹਣਾ ਚਾਹੀਦਾ। ਜੇ ਆਪਾਂ ਤੁਰਦੇ ਹਾਂ ਤਾਂ ਉਹਦੇ 'ਚੋਂ ਅੱਧ ਤੋਂ ਜ਼ਿਆਦਾ ਆਪਣੇ ਤੁਰਨ ਦੀ ਸ਼ਕਤੀ ਮੂੰਹ ਦੇ ਰਾਹੀਂ ਨਸ਼ਟ ਹੋ ਜਾਂਦੀ ਹੈ ਅਤੇ ਤੁਰਨ ਦਾ ਉਹਨਾਂ ਫਾਇਦਾ ਨਹੀਂ ਪਹੁੰਚਦਾ। ਤਾਂ ਇੱਕ ਤੁਰੋ ਲੇਕਿਨ ਮੂੰਹ ਬੰਦ ਕਰਕੇ ਤੁਰੋ। ਦੂਸਰਾ ਤੁਰਨਾ ਜਦੋਂ ਹੁੰਦਾ ਹੈ ਉਦੋਂ ਹੱਥ ਹੈ ਜਿਹੜੇ ਇਹ ਬਾਹਾਂ ਇਹ ਬਿਲਕੁਲ ਇਸ ਤਰ੍ਹਾਂ ਚੱਲਣੀਆਂ ਚਾਹੀਦੀਆਂ। ਆਪਾਂ ਪਹਿਲੀ ਗੱਲ ਤੁਰਦੇ ਨਹੀਂ, ਜੇ ਤੁਰਦੇ ਹਾਂ ਜਾਂ ਹੱਥ ਜੇਬ 'ਚ ਪਾਇਆ ਹੋਇਆ ਜਾਂ ਹੱਥ 'ਚ ਮੋਬਾਈਲ ਹੈ ਜਾਂ ਇੱਥੇ ਗੱਲਾਂ ਕਰੀ ਜਾਂਦੇ, ਕੋਈ ਫਾਇਦਾ ਨਹੀਂ। ਤੇ 76 ਜਾ ਵਾ ਕਾਨਣਾ ਸਾਰਿਆਂ ਦੇ, ਅਸੀਂ ਤਾਂ ਆਪ ਵਿੱਚ ਹੀ ਆ ਉਹਦੇ, ਅਸੀਂ ਵੀ ਐਂ ਕਰਦੇ ਨਹੀਂ, ਸਾਰੇ ਉਹੀ ਕਰਦੇ ਆ। ਲੋਕ ਕਹਿੰਦੇ ਚਲੋ ਜਾਂ ਨਾਲੇ ਮਨੋਰੰਜਨ ਹੋਊਗਾ ਨਾਲੇ ਇਹ ਕਰੀ ਜਾਂਦੇ ਆ। ਅਤੇ ਇੱਕ ਤਾਂ ਤੁਰਨ ਦਾ ਢੰਗ ਇਹ ਹੁੰਦਾ ਹੈ। ਦੂਸਰਾ ਹੁੰਦਾ ਹੈ ਵੀ ਜਿਹੜਾ ਮੋਟਾ ਬੰਦਾ ਹੈ ਜਿਹਦਾ ਵਜ਼ਨ ਨਹੀਂ ਕੰਟਰੋਲ 'ਚ ਆਉਂਦਾ, ਉਹਨੂੰ ਅਸੀਂ ਕਹਿੰਦੇ ਹਾਂ ਵੀ ਜਦੋਂ ਵੀ ਤੁਰਨਾ ਸੱਜਾ ਪੈਰ ਪਹਿਲਾਂ ਚੱਕਣਾ ਹੈ। ਜਦੋਂ ਵੀ ਤੁਰਨਾ ਹੈ ਮਤਲਬ ਬੈਠੇ ਬਿਠਾਏ ਨੇ ਜਦੋਂ ਉਹਨੇ ਉੱਠਣਾ ਤਾਂ ਸੱਜਾ ਪੈਰ ਪਹਿਲਾਂ ਚੱਕਣਾ। ਬਸ ਹਰ ਮੋਟੇ ਬੰਦੇ ਨੂੰ ਚਾਹੇ ਉਹਨੇ ਬੈਠਣਾ ਹੈ ਚਾਹੇ ਉਹਨੇ ਤੁਰਨਾ ਹੈ, ਸੱਜਾ ਪੈਰ ਪਹਿਲਾਂ ਚੱਕਣਾ ਹੈ। ਠੀਕ ਹੈ। ਦੂਸਰਾ ਮੋਟੇ ਬੰਦੇ ਵਾਸਤੇ ਹੁੰਦਾ ਵੀ ਜਦੋਂ ਵੀ ਤੁਸੀਂ ਟਰਨ ਲੈਣੀ ਹੈ ਸੱਜੇ ਪਾਸੇ ਹੀ ਟਰਨ ਲੈਣੀ ਹੈ, ਰਾਈਟ ਟਰਨ, ਕਲੌਕਵਾਈਜ਼, ਸੈਂਟਰੀਪੀਟਲ ਫੋਰਸ ਅਸੀਂ ਕਹਿੰਦੇ ਹਾਂ। ਤਾਂ ਹਰ ਮੋਟੇ ਬੰਦੇ ਨੂੰ ਜਦੋਂ ਵੀ ਤੁਰਨਾ ਹੈ ਸੱਜਾ ਪੈਰ ਪਹਿਲਾਂ ਚੱਕੋ ਅਤੇ ਜਦੋਂ ਟਰਨ ਲੈਣੀ ਹੈ ਰਾਈਟ ਸਾਈਡ ਇਨਸਾਈਡ ਕਰਕੇ ਟਰਨ ਲਵੋ। ਇਹਦੇ ਬਿਲਕੁਲ ਉਲਟ ਜਿਹੜਾ ਪਤਲਾ ਹੈ, ਸੋਕੇ 'ਚ ਜਾ ਰਿਹਾ ਹੈ, ਅੰਡਰਵੇਟ ਹੈ, ਬਿਮਾਰੀਆਂ ਇਸ ਤਰ੍ਹਾਂ ਦੀਆਂ ਲੱਗ ਗਈਆਂ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ, ਉਹਨੂੰ ਕਹਿੰਦੇ ਵੀ ਪਹਿਲਾ ਪੈਰ ਖੱਬਾ ਹੈ ਜਿਹੜਾ ਉਹ ਪਹਿਲਾਂ ਚੱਕਣਾ ਹੈ। ਜਾਂ ਜਿਹੜੇ ਬਹੁਤ ਹੀ ਜ਼ਿਆਦਾ ਗੁੱਸੇ 'ਚ ਹੈ, ਕਰੋਧ 'ਚ ਹੈ, ਇਰੀਟੇਟਡ ਹੈ, ਮਨ ਸ਼ਾਂਤੀ ਨਹੀਂ ਹੈ, ਸਹਿਣਸ਼ੀਲਤਾ ਨਹੀਂ ਹੈ, ਉਹਨੂੰ ਵੀ ਅਸੀਂ ਕਹਿੰਦੇ ਹਾਂ ਭਾਈ ਤੁਰਨ ਵੇਲੇ ਖੱਬਾ ਪੈਰ ਪਹਿਲਾਂ ਚੱਕ ਲਿਆ ਕਰ, ਤੁਰਨਾ ਹੀ ਹੈ। ਜਿਹੜੇ ਅੰਡਰਵੇਟ ਹੈ ਉਹਨੂੰ ਖੱਬਾ ਪੈਰ, ਜਿਹੜੇ ਓਵਰਵੇਟ ਹੈ ਉਹਨੂੰ ਸੱਜਾ ਪੈਰ। ਮੰਨ ਲਓ ਤੁਸੀਂ ਨਾ ਤਾਂ ਓਵਰਵੇਟ ਹੋ ਨਾ ਅੰਡਰਵੇਟ ਹੋ, ਠੀਕ ਹੈ, ਤਾਂ ਸਵੇਰ ਵੇਲੇ ਸੱਜੇ ਪੈਰ ਨੂੰ ਮੁੱਖ ਰੱਖ ਕੇ ਸੈਰ ਕਰਨੀ ਚਾਹੀਦੀ ਹੈ। ਪੱਛਮ ਵੱਲ ਨੂੰ ਤੁਰ ਕੇ ਸੂਰਜ ਵੱਲ, ਜਿੱਧਰ ਨੂੰ ਸੂਰਜ ਦਾ ਮੂੰਹ ਹੁੰਦਾ ਉੱਧਰ ਨੂੰ ਮੂੰਹ ਕਰਕੇ ਸੈਰ ਕਰੋ ਅਤੇ ਗੇੜੇ ਦਿਓ ਉਹੀ ਸੱਜਾ ਪੈਰ ਪਹਿਲਾਂ ਅਤੇ ਕਲੌਕਵਾਈਜ਼ ਗੇੜੇ। ਠੀਕ ਹੈ। ਲੇਕਿਨ ਸ਼ਾਮ ਨੂੰ ਇਹਦੇ ਉਲਟ ਚੱਲ ਪਓ, ਜਿੱਧਰੋਂ ਸੂਰਜ ਚੜ੍ਹਦਾ ਉੱਥੋਂ ਸਟਾਰਟ ਕਰੋ, ਪੱਛਮ ਵੱਲ ਨੂੰ ਤੁਰੋ, ਠੀਕ ਹੈ, ਅਤੇ ਗੇੜਾ ਉਹੀ ਰੱਖੋ ਕਲੌਕਵਾਈਜ਼। ਇਹ ਹੈਗਾ ਮੋਟੇ ਬੰਦੇ ਵਾਸਤੇ। ਪਤਲੇ ਵਾਸਤੇ ਇਹਦੇ ਦੇਖੋ ਉਲਟ ਹੋ ਗਿਆ। ਵੈਸੇ ਤਾਂ ਹਰ ਬਿਮਾਰੀ ਵਾਸਤੇ ਅੱਡ ਅੱਡ ਢੰਗ ਹੁੰਦਾ ਤੁਰਨ ਦਾ। ਉਹ ਜਦੋਂ ਸਾਡੇ ਕੋਲ ਅਲੱਗ ਅਲੱਗ ਕਿਸਮਾਂ ਦੀਆਂ ਬਿਮਾਰੀਆਂ ਦੇ ਮਰੀਜ਼ ਆਉਂਦੇ ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕੋਈ ਦਿਮਾਗੀ ਤੌਰ 'ਤੇ ਹੈ, ਕਿਸੇ ਨੂੰ ਕੈਂਸਰ ਹੈ, ਕਿਸੇ ਨੂੰ ਗਠੀਆ ਹੈ, ਉਹਨੂੰ ਉਹਦੇ ਹਿਸਾਬ ਨਾਲ ਦੱਸ ਦਿੱਤਾ ਜਾਂਦਾ ਹੈ। ਪਰ ਹਾਂਜੀ, ਪਰ ਜਨਰਲ ਪਬਲਿਕ ਵਾਸਤੇ ਜਿਹੜਾ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਤੁਰਨ ਦਾ 4 ਮੋਟੇ ਮੋਟੇ ਢੰਗ ਅਸੀਂ ਦੱਸਦੇ ਹਾਂ। ਜਿਸ ਕਿਸੇ ਨੂੰ ਹੱਡੀਆਂ ਦੀ ਬਿਮਾਰੀ ਹੈ, ਜੋੜ ਰੁਕ ਗਏ
ਜੰਮ ਗਏ, ਚਾਹੇ ਕਿਸੇ ਵੀ ਬਿਮਾਰੀ ਕਰਕੇ ਜੁੜ ਗਏ, ਉਸ ਨੂੰ ਜਿਹੜੀ ਆ ਪਹਿਲੀ ਉਂਗਲ ਹੈ ਇਹਨੂੰ ਗੂਠੇ ਦੀ ਜੜ 'ਚ ਦੇ ਲਓ ਐਂ, ਦੂਜੇ ਹੱਥ ਦੀ ਆਹ ਉਂਗਲ ਆਹ ਜੜ 'ਚ ਦੇ ਲਓ, ਹੱਥ ਆਏ ਆ, ਬਸ ਸੱਜਾ ਪੈਰ ਪਹਿਲਾਂ ਚੱਕ ਕੇ ਐਂ ਤੁਰੇ ਚੱਲੋ ਗੇੜਾ ਕਲੌਕਵਾਈਜ਼ 'ਚ। ਜਿਸ ਕਿਸੇ ਨੂੰ ਕਿਸੇ ਵੀ ਹੱਡੀਆਂ ਦੀ ਬਿਮਾਰੀ ਹੈ, ਚਾਹੇ ਉਹ ਡਾਕਟਰ ਤੋਂ ਪੁੱਜੇਗੀ ਚਾਹੇ ਨਹੀਂ ਪੁੱਜੇਗੀ, ਇੱਕ ਤਾਂ ਇਹ ਕਾਰਨ ਹੋ ਗਿਆ। ਹੁਣ ਮੰਨ ਲਓ ਕਿਸੇ ਨੂੰ ਹਾਰਟ ਦੀ ਬਿਮਾਰੀ ਹੈ, ਅਨੇਕਾਂ ਦਿਲ ਦੀਆਂ ਬਿਮਾਰੀਆਂ, ਡਾਕਟਰ ਨੇ ਦੱਸਤਾ ਭਾਈ ਤੈਨੂੰ ਦਿਲ ਦੀ ਬਿਮਾਰੀ ਹੈ ਅਤੇ ਬਲੱਡ ਪ੍ਰੈਸ਼ਰ ਹੈ, ਤਾਂ ਤੁਰਨ ਦਾ ਢੰਗ ਤਾਂ ਉਹੀ ਹੈ ਜਿਹੜਾ ਤੁਹਾਨੂੰ ਦੱਸਿਆ, ਮੂੰਹ ਬੰਦ ਕਰਕੇ ਤੁਰਨਾ। ਮੋਟਾ ਬੰਦਾ ਸੱਜਾ ਪੈਰ ਪਹਿਲਾਂ ਚੱਕੇ, ਪਤਲਾ ਖੱਬਾ ਚੱਕੇ, ਪਰ ਉਂਗਲਾਂ ਦੀ ਦਿਸ਼ਾ ਬਦਲ ਲੈਣੀ ਹੁੰਦੀ ਹੈ। ਆਹ ਉਂਗਲ ਨੂੰ ਤਾਂ ਇਸ ਤਰ੍ਹਾਂ ਜੋੜ ਲਓ, ਜਿਹੜੀਆਂ ਵਿਚਾਲੇ ਦੋ ਉਂਗਲਾਂ ਇਹਨੂੰ ਤੁਸੀਂ ਅੰਗੂਠੇ ਨਾਲ ਜੋੜ ਲਓ, ਇਹ ਇਸ ਤਰ੍ਹਾਂ ਬਸ ਇਹ ਜੋੜੀ ਰੱਖੋ, ਤੁਰੇ ਫਿਰੋ, ਮੂੰਹ ਬੰਦ ਰੱਖੋ। ਇੱਕ ਮੈਂ ਚੋ ਇਹ ਪੁੱਛਣਾ ਵੀ ਮਿੱਟੀ ਤੇ ਤੁਰਨ ਦੇ ਨਾਲ ਕੋਈ ਬਿਮਾਰੀਆਂ ਵੀ ਠੀਕ ਹੁੰਦੀਆਂ? ਕਿਉਂਕਿ ਤੁਰਦੇ ਤਾਂ ਸਾਰੇ ਆ, ਲੋਕ ਤੁਰਦੇ ਆ, ਇਹ ਨਹੀਂ ਕਿ ਲੋਕ ਤੁਰਦੇ ਨਹੀਂ, ਸੈਰ ਕਰਦੇ। ਹੁਣ ਪਿੰਡਾਂ 'ਚ ਵੀ ਆਪਣੇ ਇਹ ਕਲਚਰ ਬਣਦਾ ਜਾਂਦਾ, ਸੈਰ ਤਾਂ ਲੋਕ ਕਰਦੇ ਆ, ਪਰ ਉਹ ਮੈਨੂੰ ਐਂ ਲੱਗਦਾ ਹੁੰਦਾ ਵੀ ਬੀਬੀਆਂ ਦੀ ਤਾਂ ਹੱਥਨ ਵੇਲੇ ਉਹ ਚੁਗਲੀ ਸੈਰ ਹੋ ਜਾਂਦੀ ਆ, ਵੀ ਉਹ ਸਾਰਾ ਦਿਨ, ਕਿਉਂਕਿ ਉਹਨਾਂ ਦਾ ਕੰਮਕਾਰ ਹੀ ਇਹੋ ਜਿਹਾ ਹੁੰਦਾ। ਬੰਦਿਆਂ ਦੀ ਐਂ ਹੋ ਜਾਂਦੀ ਆ ਵੀ ਜਦੋਂ ਸੈਰ 'ਤੇ ਜਾਂਦੇ ਆ ਉਹ ਕੰਮ ਦੀਆਂ ਗੱਲਾਂ ਕਰੀ ਜਾਂਦੇ, ਉਹਨਾਂ ਦੀ ਇੱਕ ਬਿਜ਼ਨਸ ਸੈਰ ਹੈ ਨਾ, ਵੀ ਖੇਤੀਬਾੜੀ ਵਾਲਾ ਐਂ ਕਰੀ ਜਾਂਦਾ ਹੁੰਦਾ ਵੀ ਯਾਰ ਪੱਠੇ ਬਹੁਤ ਹੋ ਗਏ, ਓਮਣੀ ਗੋਲਡ ਹੈ ਨਾ ਛਿੜਕ ਗਏ ਕਿ ਕਿਹੜੀ ਛਿੜਕ ਗਏ। ਸੋ ਇਹ ਵੀ ਚੱਲੀ ਜਾਂਦਾ ਡਾਕਟਰ ਸਾਹਿਬ। ਪਰ ਜੇ ਆਪਾਂ ਗੱਲ ਕਰੀਏ ਨਾ, ਜੇ ਮਿੱਟੀ 'ਤੇ ਕੋਈ ਨੰਗੇ ਪੈਰੀ ਤੁਰਦਾ, ਉਹਦਾ ਕੀ ਕੁਛ ਇਹਦੇ ਨਾਲ ਬਦਲੂਗਾ ਜ਼ਿੰਦਗੀ? ਦੇਖੋ, ਜਿਹੜੀ ਤੁਸੀਂ ਕਿਹਾ ਵੀ ਬੰਦੇ ਵੀ ਸੈਰ ਕਰਦੇ ਆ, ਬਿਜ਼ਨਸ ਦੀਆਂ ਗੱਲਾਂ ਕਰਦੇ ਆ, ਜਨਾਨੀਆਂ ਵੀ ਗੱਲਾਂ ਕਰਦੀਆਂ, ਪਹਿਲੀ ਗੱਲ ਤਾਂ ਇਹਦੇ ਨਾਲ ਤਾਂ ਚੰਗਾ ਉਹ ਨਾ ਹੀ ਤੁਰਨ, ਕਿਉਂਕਿ ਜਿਹੜਾ ਤੁਰਨ ਦਾ ਫਾਇਦਾ ਹੋਣਾ ਉਹ ਮੂੰਹ ਬੰਦ ਕਰਕੇ ਹੋਣਾ, ਬੋਲ ਕੇ ਨਹੀਂ। ਬੋਲ ਕੇ ਚਾਹੇ ਆਪਾਂ ਬਿਜ਼ਨਸ ਦੀਆਂ ਗੱਲਾਂ ਕਰ ਲਓ, ਚਾਹੇ ਧਰਮ ਦੀਆਂ ਕਰ ਲਓ, ਚਾਹੇ ਸੇਵਾ ਭਾਵ ਦੀ ਕਰ ਲਓ, ਉਹ ਸਮਾਂ ਵੇਸਟ ਹੈ, ਫਾਇਦਾ ਉਸ ਨੂੰ ਸੈਰ ਦਾ ਕੁਛ ਨਹੀਂ ਮਿਲਣਾ, ਤਾਂ ਮੂੰਹ ਬੰਦ। ਦੂਸਰੀ ਗੱਲ ਤੁਸੀਂ ਪੁੱਛੇ ਮਿੱਟੀ ਦੀ, ਮਿੱਟੀ ਬਾਰੇ ਤੁਹਾਨੂੰ ਮੈਂ ਦੱਸਿਆ ਵੀ ਆਪਣਾ ਸਰੀਰ ਸਾਰਾ ਮਿੱਟੀ ਦਾ ਬਣਿਆ ਹੋਇਆ, ਬਾਣੀ 'ਚ ਵੀ ਜ਼ਿਕਰ ਕਰਦੇ ਆ, ਠੀਕ ਹੈ, ਮਾਤਾ ਧਰਤ ਮਹੱਤ। ਮਿੱਟੀ ਇੱਕ ਬਹੁਤ ਵੱਡਾ ਚੁੰਬਕ ਹੁੰਦਾ ਹੈ, ਮੈਗਨੇਟਿਕ ਕਰੰਟ ਹੁੰਦਾ ਇਹਦੇ 'ਚ ਉਹ ਕਰੰਟ ਹੁੰਦਾ ਜਿਹੜੇ ਸਾਡੇ ਸਰੀਰ ਦੇ ਸਾਰੇ ਹਿੱਸੇ 'ਚ ਹੁੰਦਾ ਹੈ। ਪਰ ਜਦੋਂ ਅਸੀਂ ਆਹ ਗੱਲ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਇਹ ਤਾਂ ਚਲੋ ਗੱਲ ਪਹਿਲਾਂ ਕਿਉਂਕਿ ਕਰ ਚੁੱਕੇ ਹੋ, ਕੀ ਮਿੱਟੀ ਦੇ ਕੋਈ ਤੱਤ ਵੀ ਇਹੋ ਜਿਹੇ ਆ ਜਿਹੜੇ ਸਾਨੂੰ ਫਾਇਦਾ ਦਿੰਦੇ? ਆਪਣੇ ਸਰੀਰ ਦੇ ਵਿੱਚ, ਲਹੂ ਦੇ ਵਿੱਚ ਜਿੰਨੇ ਵੀ ਤੱਤ ਹੈ ਉਹ ਸਾਰੇ ਦੇ ਸਾਰੇ ਮਿੱਟੀ 'ਚ ਹੈ। ਅੱਛਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਮਿੱਟੀ ਕਿਸੇ ਕਿਸਮ ਦੀ ਹੋਵੇ ਤੇ ਨੰਗੇ ਪੈਰੀਂ ਤੁਰੋ। ਨੰਗੇ ਪੈਰੀ ਜੇ ਆਪਾਂ ਸੋਚ ਗਏ, ਆਪਣੇ 1 ਇੰਚ ਪੈਰ ਦੀ ਚਮੜੀ ਦੇ ਵਿੱਚ 19 ਲੱਖ ਤੋਂ ਵੱਧ ਨਿੱਕੀਆਂ ਨਿੱਕੀਆਂ ਗਲੀਆਂ ਹੁੰਦੀਆਂ, ਪੋਰ। ਜਦੋਂ ਆਪਾਂ ਮਿੱਟੀ ਦੇ ਤੁਰਾਂਗੇ ਤਾਂ ਇਹ ਮਿੱਟੀ ਉਹਨਾਂ ਰੋਮਾਂ ਦੇ ਵਿੱਚ ਜਾਊ, ਅਤੇ ਜਿੰਨੇ ਵੀ ਤੱਤ ਮਿੱਟੀ 'ਚ ਹੁੰਦੇ ਆ ਉਹ ਆਪਣੇ ਰੋਮਾਂ ਦੇ ਵਿੱਚ ਜਾਂਦੇ ਆ ਅਤੇ ਲਹੂ 'ਚ ਪਹੁੰਚਦੇ ਆ। ਜਿਹੜਾ ਚੁੰਬਕ ਆ ਉਹ ਤਾਂ ਵੱਖਰੀ ਗੱਲ ਹੋ ਗਈ, ਫਾਇਦਾ ਹੋ ਗਿਆ। ਪੁਰਾਣੇ ਜ਼ਮਾਨੇ 'ਚ ਤੁਸੀਂ ਸੁਣਿਆ ਹੋਣਾ ਵੀ ਜਦੋਂ ਕਿਸੇ ਦੇ ਸੱਪ ਲੜ ਜਾਂਦਾ ਸੀ, ਉਦੋਂ ਮਿੱਟੀ 'ਚ ਦੱਬ ਦਿੰਦੇ ਸੀ ਆਪਾਂ। ਅੱਜ ਕੱਲ੍ਹ ਵੀ ਅੱਛਾ ਜੀ, ਕਿਸੇ ਦੇ ਸੱਪ ਲੜ ਜੇ, ਮੌਕੇ 'ਤੇ ਕੋਈ ਇਲਾਜ ਨਹੀਂ ਹੋਇਆ, ਟੋਆ ਪੱਟੋ ਜਾਂ ਮਿੱਟੀ ਲਿਆ ਕੇ ਬਸ ਉਹਨੂੰ ਮਿੱਟੀ ਦਾ ਲੇਪ ਕਰ ਦਿਓ, ਇਕੱਲਾ ਉਹਦਾ ਮੂੰਹ ਨੰਗਾ ਰੱਖੋ। ਬਿਜਲੀ 'ਚ ਕਿਸੇ ਦੇ ਝਟਕਾ ਲੱਗ ਜੇ, ਹਸਪਤਾਲ 'ਚ ਜਾ ਨਹੀਂ ਸਕਦਾ, ਉਹਨੂੰ ਮਿੱਟੀ ਦੱਬ ਦਿੰਦੇ ਸੀ। ਆਹ ਮਿੱਟੀ ਦਾ ਫਾਇਦਾ ਹੈ। ਔਰ ਇੱਥੇ ਤਾਂ ਤੁਹਾਨੂੰ ਦੱਸਿਆ ਵੀ ਇਲਾਜ ਹੀ ਮਿੱਟੀ ਪਾਣੀ ਦਾ ਹੁੰਦਾ ਹੈ। 5.5 ਸਾਲ ਦਾ ਕੋਰਸ ਕਰਨਾ ਪੈਂਦਾ ਨੇਚਰੋਪੈਥੀ ਦਾ ਡਾਕਟਰ ਬਣਨ ਵਾਸਤੇ, ਜਿਹਦੇ ਵਿੱਚ ਮਿੱਟੀ ਨੂੰ, ਪਾਣੀ ਨੂੰ, ਧੁੱਪ ਨੂੰ, ਹਵਾ ਨੂੰ, ਖੁਰਾਕ ਨੂੰ, ਤੁਰਨ ਨੂੰ ਦਾ ਢੰਗ ਦੱਸੇ ਜਾਂਦੇ ਆ। ਅਤੇ ਹਰ ਬਿਮਾਰੀ ਦਾ ਇਲਾਜ ਫੋੜੇ ਤੋਂ ਲੈ ਕੇ ਕੈਂਸਰ ਤੱਕ ਮਿੱਟੀ ਨਾਲ ਹੁੰਦਾ ਹੈ ਜੀ। ਬਿਲਕੁਲ ਬਿਲਕੁਲ ਹੁੰਦਾ ਮਿੱਟੀ ਦਾ। ਤੁਸੀਂ ਜੇ ਜਾਨਵਰਾਂ ਦੀ ਗੱਲ ਕਰੋ, ਜਾਨਵਰ ਦੇਖੋ ਸਾਰਾ ਦਿਨ ਅੱਕੇ ਥੱਕੇ ਹੁੰਦੇ ਆ, ਘੋੜਾ ਹੈ, ਗਧਾ ਹੈ, ਊਠ ਹੈ, ਜੋ ਵੀ ਆਪਾਂ ਸਾਰਾ ਦਿਨ ਉਹਨਾਂ ਨੂੰ ਵਰਤਦੇ ਹਾਂ, ਉਹਨਾਂ ਨੂੰ ਖੁੱਲ੍ਹਾ ਛੱਡ ਦਿਓ, ਉਹ ਲਿਟਣਗੇ ਮਿੱਟੀ 'ਚ, ਮਿੱਟੀ ਦੇ ਲੈਣਗੇ, ਕਿਉਂਕਿ ਕੁਦਰਤ ਨੂੰ ਪਤਾ ਹੈ ਵੀ ਤੈਨੂੰ ਸਾਰੇ ਤੱਤ ਮਿੱਟੀ 'ਚੋਂ ਮਿਲਣੇ ਆ। ਇਸੇ ਮਿੱਟੀ ਦੀ ਮਹੱਤਤਾ ਕਰਕੇ ਆਹ ਜਿਹੜੇ ਤੁਹਾਨੂੰ ਟਰੈਕ ਮਿਲੇ ਆ, ਇਹ ਪੱਕੇ ਵੀ ਬਣਾ ਸਕਦਾ ਸੀ। ਅਤੇ ਇੱਥੇ ਜਿੰਨੇ ਮਰੀਜ਼ ਦਾਖਲ ਹੈ, ਇਹਨਾਂ ਨੂੰ ਇਹ ਸ਼ਰਤ ਹੁੰਦੀ ਹੈ ਵੀ ਸਵੇਰੇ ਉੱਠ ਕੇ ਆਹ 5-6 ਹਜ਼ਾਰ ਦਰੱਖਤਾਂ ਦੀ ਸ਼ੁੱਧ ਆਕਸੀਜਨ ਦੇ ਵਿੱਚ ਤੁਰੋ ਅਤੇ ਪੈਰ ਤੁਹਾਡੇ ਮਿੱਟੀ 'ਤੇ ਹੋਣ। ਅਤੇ ਹਰ ਰੋਜ਼ ਜਿਹੜੇ ਮਰੀਜ਼ ਇੱਥੇ ਦਾਖਲ ਕਰਦੇ ਉਹਨਾਂ ਦੀ ਮਿੱਟੀ ਲਾਉਣਾ
ਇਨਵਾਰੀ ਅੱਧਾ ਘੰਟਾ ਮਿੱਟੀ ਲਾਉਂਦੇ ਆ। ਸੋਨੂੰ ਅਸੀਂ ਇਹੀ ਕਹਿੰਦੇ ਆ ਵੀ ਜਦ ਤੱਕ ਤੁਸੀਂ ਕਿਸੇ ਡਾਕਟਰ ਦੀ ਰਾਏ ਨਹੀਂ ਲੈਂਦੇ, ਜਿਹੜੇ ਵੀ ਤੁਹਾਡੇ ਸਰੀਰ ਦਾ ਅੰਗ ਬਿਮਾਰ ਹੈ, ਗੋਡੇ ਦੁਖਦੇ ਆ, ਛਾਤੀ ਦਰਦ ਹੈ, ਸਾਹ ਹੈ, ਢਿੱਡ ਦੀ ਸਮੱਸਿਆ, ਦਿਮਾਗ ਦੀ ਹੈ, ਉੱਥੇ ਮਿੱਟੀ ਨੂੰ ਰਾਤ ਨੂੰ ਗੁੰਨ ਲਓ ਅਤੇ ਉੱਥੇ ਅੱਧਾ ਘੰਟਾ ਮਿੱਟੀ ਉਸ ਅੰਗ 'ਤੇ ਰੱਖ ਲਓ। ਆਪ ਹੀ ਦੇਖ ਲਓ ਕਿੰਨਾ ਫਾਇਦਾ। ਪੁਰਾਣੇ ਜ਼ਮਾਨੇ 'ਚ ਤੁਸੀਂ ਸੁਣਿਆ ਹੁਣ ਅੱਜ ਕੱਲ੍ਹ ਵੀ ਫਲਾਨਾ ਬੱਚਾ, ਫਲਾਨੀ ਕੁੜੀ, ਫਲਾਨੀ ਬੁੜੀ ਮਿੱਟੀ ਖਾਂਦੀ ਹੈ। ਹਾਂ, ਉਹ ਤਾਂ ਨਿੱਕੇ ਹੁੰਦੇ ਸਾਰਿਆਂ ਨੇ ਖਾਧੀ। ਨਿੱਕੇ ਹੁੰਦੇ ਖਾਧੇ, ਅੱਜ ਕੱਲ੍ਹ ਖਾ ਰਹੇ ਲੋਕ। ਇਹਦੇ ਪਿੱਛੇ ਕਾਰਨ ਹੈ ਵਿਗਿਆਨਕ। ਸਾਡੇ ਸਰੀਰ 'ਚ ਬਹੁਤ ਸਾਰੇ ਤੱਤ ਇਹੋ ਜਿਹੇ ਹੁੰਦੇ ਆ ਜਿਹੜੇ ਮਾੜੀਆਂ ਖੁਰਾਕਾਂ ਕਰਕੇ ਸਾਡੇ 'ਚੋਂ ਘੱਟ ਜਾਂਦੇ ਆ। ਉਦੋਂ ਰੱਬ ਆਪਾਂ ਨੂੰ ਕਹਿੰਦਾ ਹੈ ਵੀ ਬੇਵਕੂਫਾ ਮਿੱਟੀ ਖਾ ਲੈ, ਤੇਰੇ ਤੱਤ ਪੂਰੇ ਹੋ ਜਾਣਗੇ। ਜਦੋਂ ਬੰਦਾ ਉਹ ਮਿੱਟੀ ਖਾਂਦਾ ਹੈ, ਸਰੀਰ ਜਿਹੜੇ ਤੱਤ ਘਾਟ ਆ ਉਹ ਪੂਰੇ ਹੋ ਜਾਂਦੇ ਆ, ਅਤੇ ਆਪਾਂ ਇਸ ਨੂੰ ਗਿਣਦੇ ਹਾਂ ਮਾੜਾ। ਨਹੀਂ ਸਮਝੇ? ਫਰਕ ਸਿਰਫ ਇੰਨਾ ਹੁੰਦਾ ਹੈ ਵੀ ਅਗਰ ਮਿੱਟੀ ਖਾਣੀ ਹੈ ਤਾਂ ਉਹ ਸਾਫ਼ ਸੁਥਰੀ ਹੋਵੇ। ਹਾਂ, ਵੀ ਕਿਉਂਕਿ ਆ ਬਾਣਾ 'ਚ ਹੁਣ ਜਿਹੜੀਆਂ 'ਚ ਆਪਾਂ ਪਦਾਨ ਵਰਗੀਆਂ ਜ਼ਹਿਰਾਂ ਸਿੱਟੀਆਂ ਵੀਆਂ, ਇਹ ਤਾਂ ਉਹ ਤੋਂ ਬਚਤ ਹੁੰਦੀ ਹੈ। ਅਤੇ ਜੇ ਮਿੱਟੀ ਦਾ ਜਾਣੀ ਸਾਰੇ ਤੱਤ ਜਿਹੜੇ ਮਿੱਟੀ 'ਚ ਹੈ ਸਾਡੇ ਲਹੂ 'ਚ ਨਾ ਹੋਣ ਤਾਂ ਆਪਣਾ ਪਰਮਾਤਮਾ ਬੇਵਕੂਫ ਨਹੀਂ ਸੀ ਬੰਦੇ ਨੂੰ ਕਹਿੰਦਾ ਤੇਰੇ 'ਚ ਲੋਹੇ ਦੀ ਘਾਟ ਹੈ, ਫਲਾਣੇ ਦੀ ਘਾਟ ਹੈ, ਮਿੱਟੀ ਖਾ ਲਾ। ਜਵਾਕ ਮਿੱਟੀ ਖਾਂਦੇ। ਇਹ ਤੁਹਾਡਾ ਤਾਂ ਦੱਸਿਆ ਵੀ ਮਿੱਟੀ ਦੇ ਤੁਰਨ ਦਾ। ਮੈਂ ਮਿੱਟੀ ਦੇ ਤੁਰਨ ਕੀ ਖਾਣ ਤੱਕ ਵੀ ਦੱਸਤਾ। ਆਪਣੇ ਇੱਥੇ ਹੌਸਪੀਟਲ 'ਚ ਬੋਰ ਲੱਗਿਆ ਹੋਇਆ ਇੱਕ, ਉਹ ਲਗਭਗ 600 ਫੁੱਟ ਡੂੰਘਾ ਹੈ। ਉਹਦੀ ਡੰਗਾਈ ਇੰਨੀ ਤਾਂ ਰੱਖੀ ਹੈ ਵੀ ਉਹਦੇ 'ਚੋਂ ਹਰ ਵੇਲੇ ਮਿੱਟੀ ਆਉਂਦੀ ਹੈ, ਔਰ ਮਿੱਟੀ ਇੰਨੀ ਪਿਓਰ ਹੈ, ਅਸੀਂ ਹਰ ਬੰਦੇ ਨੂੰ, ਠੀਕ ਨਹੀਂ, ਉਹ ਪਾਣੀ ਪਿਆਉਣਾ ਜਿਹਦੇ 'ਚੋਂ ਮਿੱਟੀ ਘੁਲੀ ਹੁੰਦੀ ਹੈ। ਇੱਥੇ ਤੁਹਾਨੂੰ ਕੋਈ ਫਰਿੱਜ ਨਹੀਂ ਮਿਲੂ, ਕੋਈ ਫਿਲਟਰ ਨਹੀਂ ਮਿਲੂ, ਥਾਂ ਥਾਂ 'ਤੇ ਪਾਣੀ ਦੀਆਂ ਟੈਂਕੀਆਂ, ਹਰੇਕ ਦੇ ਵਿੱਚੋਂ ਮਿੱਟੀ ਆਉਂਦੀ ਹੈ। ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ 'ਚ ਮਿੱਟੀ ਹੈ। ਇਹ ਤੁਹਾਡੇ ਮਿੱਟੀ ਦਾ ਸਵਾਲ ਸੀ। ਬਿਲਕੁਲ। ਤੇ ਮੈਨੂੰ ਐਂ ਵੀ ਲੱਗਦਾ ਵੀ ਅੱਜ ਕੱਲ੍ਹ ਜਿਵੇਂ ਬੂਟੇ ਲਾਉਣ ਦੀ ਰੁੱਤ ਚੱਲ ਰਹੀ ਆ, ਤੁਸੀਂ ਘਰਾਂ 'ਚ ਬੂਟੇ ਲਾਉਣੇ ਹੋ ਤਾਂ ਖਾਲਿਆਂ ਦੀ ਜਿਹੜੀ ਮਿੱਟੀ ਆ ਨਾ, ਉਹ ਆਈ ਹੁੰਦੀ ਆ ਨਦੀਆਂ ਦੇ ਪਾਣੀ ਨਾਲ ਵਹਿ ਕੇ, ਉਹ ਜਦੋਂ ਸਿੱਟ ਦਿੰਦੇ ਆ ਨਾਲ ਰਲਾ ਕੇ ਤਾਂ ਬੂਟੇ ਚੱਲ ਪੈਂਦੇ ਆ। ਮਿੱਟੀ ਦੀ ਤਾਕਤ ਆ, ਜੇ ਬੂਟੇ ਚਲਾ ਸਕਦੀ ਹੈ ਤਾਂ ਸਾਡਾ ਵੀ ਬਹੁਤ ਕੁਝ ਚਲਾ ਸਕਦੀ ਹੈ। ਬਾਕੀ ਜ਼ਿਆਦਾ ਡਿਟੇਲ ਤਾਂ ਤੁਸੀਂ ਡਾਕਟਰ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ, ਹੋਰ ਜ਼ਿਆਦਾ ਡਿਟੇਲ 'ਚ ਮਿੱਟੀ ਬਾਰੇ ਜਾਣਨਾ। ਪਰ ਫਿਲਹਾਲ ਸਾਡੇ ਪ੍ਰੋਗਰਾਮ 'ਚ ਸਿਰਫ ਇੰਨਾ ਹੀ। ਤੁਸੀਂ ਜੁੜੇ ਹੋਏ ਸੀ ਜੀ ਅੱਖਰ ਦੇ ਨਾਲ।